ਯੂਨੀਵਰਸਿਟੀ ਕਿਹੜੀਆਂ ਕਿਸਮਾਂ ਦੀ ਸਿਫਾਰਿਸ਼ ਕਰਦੀ ਹੈ ਤਾਂ ਕਿ ਕਿਸਾਨ ਨੇ ਜਿਹੜੇ ਘੱਟ ਖਰਚੇ ਦੇ ਵਿੱਚ ਜਿਹੜੀ ਹੈਗੀ ਵੱਧ ਮੁਨਾਫਾ ਜਿਹੜਾ ਇੱਕ ਚੰਗੀ ਸਿਹਤਮੰਦ ਪਨੀਰੀ ਉਗਾ ਸਕਣ ਤੇ ਵਧੇਰੇ ਲਾਭ ਲੈ ਸਕਣ। ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹੈ PR 131 ਇਹ 31 ਕੁਇੰਟਲ ਝਾੜ ਦਿੰਦੀ ਹੈ ਔਰ ਤਕਰੀਬਨ 110 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ। ਦੂਸਰੀ ਹੈ PR 130 ਇਹ ਤਕਰੀਬਨ 30 ਕੁਇੰਟਲ ਝਾੜ ਦਿੰਦੀ ਹੈ ਔਰ 105 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ। HKR 47 ਜੋ ਕਿ 29.5 ਕੁਇੰਟਲ ਝਾੜ ਦਿੰਦੀ ਹੈ ਔਰ 104 ਦਿਨ ਪੱਕਣ ਵਾਸਤੇ ਲੈਂਦੀ ਹੈ। ਔਰ PR 129 ਜਿਹੜੀ ਹੈ ਇਹ 30 ਕੁਇੰਟਲ ਝਾੜ ਦਿੰਦੀ ਹੈ ਔਰ 108 ਦਿਨ ਲੈਂਦੀ ਹੈ। ਬੀਜ ਸੋਧ ਦਾ ਜਿਹੜਾ ਤਰੀਕਾ ਹੈ ਜਾਂ ਖੇਤ ਦੀ ਤਿਆਰੀ ਹੈ ਇਸ ਸੰਬੰਧੀ ਵੀ ਸਾਡੇ ਕਿਸਾਨ ਵੀਰਾਂ ਨੂੰ ਜਾਣਕਾਰੀ। ਇਕੱਲੇ ਝੋਨੇ ਦੇ ਵਿੱਚ ਨਹੀਂ, ਬਾਸਮਤੀ ਦੇ ਵਿੱਚ ਨਹੀਂ, ਕੋਈ ਵੀ ਫਸਲ ਕਿਸਾਨ ਵੀਰ ਬੀਜਦੇ ਨੇ ਤਾਂ ਜਿਵੇਂ ਉਹਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ ਔਰ ਜਿਹੜੀਆਂ ਦਵਾਈਆਂ ਦੀ ਸਿਫਾਰਿਸ਼ ਕੀਤੀ ਗਈ ਹੈ, ਤਰੀਕੇ ਦੀ ਸਿਫਾਰਿਸ਼ ਕੀਤੀ ਗਈ ਹੈ, ਉਹ ਤਰੀਕਾ ਅਪਣਾ ਕੇ ਕਿਸਾਨ ਵੀਰਾਂ ਨੂੰ ਬੀਜ ਸੋਧ ਲੈਣਾ ਚਾਹੀਦਾ। ਝੋਨੇ ਦੇ ਵਿੱਚ ਬੀਜ ਸੋਧਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਕਿਸਾਨ ਵੀਰ ਨਰੋਆ ਬੀਜ ਚੁਣ ਲੈਣ। ਬੀਜ ਨੂੰ ਪਹਿਲਾਂ ਸਿੰਪਲ ਪਾਣੀ ਦੇ ਵਿੱਚ ਕਿਸੇ ਟੱਬ ਜਾਂ ਬਾਲਟੀ 'ਚ ਭਿਉਂ ਲੈਣਾ ਔਰ ਉਹਨੂੰ ਚੰਗੀ ਤਰ੍ਹਾਂ ਹਿਲਾਉਣਾ। ਹਿਲਾਉਣ ਤੋਂ ਬਾਅਦ ਉਹਦੇ ਉੱਪਰ ਜਿਹੜਾ ਹਲਕਾ ਬੀਜ ਹੋਏਗਾ ਉੱਪਰ ਤਰ ਕੇ ਆ ਜਾਏਗਾ ਤੇ 8 ਕਿਲੋ ਨਰੋਆ ਬੀਜ ਜਿਹੜਾ ਭਾਰੀ ਬੀਜ ਹੈ ਜਿਹੜਾ ਥੱਲੇ ਬਹਿ ਗਿਆ ਉਹਨੂੰ ਉਹਨਾਂ ਨੇ ਚੁਣਨਾ ਹੈ, ਕਿਉਂਕਿ 8 ਕਿਲੋ ਨਰੋਆ ਬੀਜ 1 ਏਕੜ ਦੀ ਪਨੀਰੀ ਬੀਜਣ ਵਾਸਤੇ ਬਹੁਤ ਹੁੰਦਾ। ਤਾਂ ਉਸ ਤੋਂ ਬਾਅਦ ਫਿਰ ਉਹਨੂੰ ਜਿਹੜੀ ਹੈ ਉਹ ਉੱਲੀ ਨਾਸ਼ਕ ਨਾਲ ਸੋਧਣ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰਨੀ। ਦਵਾਈ ਸਾਰੇ ਕਿਤੇ ਇੱਕਸਾਰ ਲੱਗ ਗਈ ਤਾਂ ਉਸ ਤੋਂ ਬਾਅਦ ਉਹਨੂੰ ਆਪਾਂ ਬੀਜ ਨੂੰ ਗਿੱਲੀਆਂ ਬੋਰੀਆਂ ਦੇ ਉੱਤੇ 7-8 ਸੈਂਟੀਮੀਟਰ ਮੋਟੀ ਤਹਿ ਦੇ ਵਿੱਚ ਵਿਛਾ ਦੇਣਾ। ਇੱਕਸਾਰ ਆਪਾਂ ਤਹਿ ਵਿਛਾਉਣੀ ਹੈ ਔਰ ਉਹਦੇ ਉੱਪਰ ਫਿਰ ਆਪਾਂ ਗਿੱਲੀਆਂ ਬੋਰੀਆਂ ਦੇ ਦੇਣੀਆਂ ਔਰ ਉਹ ਬੋਰੀਆਂ ਨੂੰ ਆਪਾਂ ਸਮੇਂ-ਸਮੇਂ 'ਤੇ ਪਾਣੀ ਛਿੜਕ ਕੇ ਗਿੱਲਾ ਰੱਖਣਾ ਤੇ ਉਹਦੇ ਨਾਲ ਕੀ ਹੋਏਗਾ ਕਿ 24 ਤੋਂ 36 ਘੰਟੇ ਦੇ ਵਿੱਚ ਉਹ ਜਿਹੜਾ ਸੁਧਰਿਆ ਬੀਜ ਹੈ ਉਹ ਪੁੰਗਰ ਆਊਗਾ ਔਰ ਆਪਣੀ ਪਨੀਰੀ ਬੀਜਣ ਵਾਸਤੇ ਤਿਆਰ ਹੋ। ਬਿਜਾਈ ਦੇ ਸਮੇਂ ਕਿਸਾਨ ਵੀਰਾਂ ਨੇ 1 ਏਕੜ ਪਿੱਛੇ 1 ਏਕੜ ਦੀ ਜਿਹੜੀ ਹੈਗੀ ਹੈ, ਜੇ ਉਹ 1 ਏਕੜ ਪਨੀਰੀ ਬੀਜ ਰਹੇ ਨੇ ਤਾਂ ਉਹਦੇ ਪਿੱਛੇ 26 ਕਿਲੋ ਯੂਰੀਆ ਪਾਉਣਾ ਜੀ। ਉਸ ਤੋਂ ਇਲਾਵਾ 60 ਕਿਲੋ ਸੁਪਰ ਫਾਸਫੇਟ ਪਾਉਣਾ ਔਰ 40 ਕਿਲੋ ਜ਼ਿੰਕ ਸਲਫੇਟ ਪਾਉਣਾ ਹੈ ਜੇ 21% ਵਾਲਾ। ਦਰਸ਼ਕੋ ਤੁਸੀਂ D5 ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਗੁਰਤੇਜ ਸਿੰਘ ਥੂਹੀ। ਬੀਤੀ ਕੱਲ੍ਹ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੇ ਲਈ ਝੋਨਾ ਬੀਜਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸੋ ਅਸੀਂ ਡਾਕਟਰ ਹਰਦੀਪ ਸਿੰਘ ਸਵੀਖੀ, ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ, ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਨਾਲ ਕੁਝ ਜ਼ਰੂਰੀ ਨੁਕਤੇ ਕਿਸਾਨਾਂ ਦੇ ਲਈ ਕੁਝ ਜ਼ਰੂਰੀ ਨੁਕਤੇ ਸਾਂਝੇ ਕਰਾਂਗੇ ਕਿ ਤਾਂ ਕਿ ਉਹ ਘੱਟ ਖਰਚੇ ਦੇ ਵਿੱਚ ਵਧੀਆ ਜਿਹੜੀ ਪਨੀਰੀ ਹੈ ਉਹ ਕਿਸ ਤਰ੍ਹਾਂ ਤਿਆਰ ਕਰ ਸਕਦੇ ਨੇ, ਕਿਹੜੀਆਂ ਕਿਸਮਾਂ ਨੇ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ, ਜਾਂ ਇੱਕ ਚੰਗੀ ਪਨੀਰੀ ਤਿਆਰ ਕਰਨ ਦੇ ਲਈ ਕੀ ਉਹਨਾਂ ਨੂੰ ਜਿਹੜੇ ਹੈਗੇ ਨੇ ਧਿਆਨ ਰੱਖਣਾ ਚਾਹੀਦਾ ਹੈ, ਜਾਂ ਫਿਰ ਪਾਣੀ ਨੂੰ ਲੈ ਕੇ ਜਾਂ ਹੋਰ ਸਾਰੇ ਪੱਖਾਂ ਦੇ ਉੱਤੇ ਸਾਡੇ ਨਾਲ ਡਾਕਟਰ ਹਰਦੀਪ ਸਿੰਘ ਸਵੀਖੀ ਮੌਜੂਦ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ, ਤੁਸੀਂ ਸਾਨੂੰ ਜਿਹੜਾ ਕੀਮਤੀ ਸਮਾਂ ਦਿੱਤਾ ਹੈ। ਧੰਨਵਾਦ ਜੀ। ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਜਿਹੜੀ ਹੈਗੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰ ਦਿੱਤਾ 4 ਭਾਗਾਂ ਦੇ ਵਿੱਚ ਵੰਡਿਆ ਗਿਆ ਜੀ, ਅਤੇ ਹੁਣ ਸਮਾਂ ਜਿਹੜਾ ਉਹਦੇ ਲਈ ਆਪਾਂ ਪਨੀਰੀ ਹੈ ਜਿਹੜੀ ਪਨੀਰੀ ਬੀਜਣੀ ਹੈ ਕਿਸਾਨਾਂ ਨੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੇ ਕਿਸਾਨ ਨੇ ਯੂਨੀਵਰਸਿਟੀ ਕਿਹੜੀਆਂ ਕਿਸਮਾਂ ਦੀ ਸਿਫਾਰਿਸ਼ ਕਰਦੀ ਹੈ ਤਾਂ ਕਿ ਕਿਸਾਨ ਨੇ ਜਿਹੜੇ ਘੱਟ ਖਰਚੇ ਦੇ ਵਿੱਚ ਜਿਹੜੀ ਹੈਗੀ ਵੱਧ ਮੁਨਾਫਾ ਜਿਹੜਾ ਇੱਕ ਚੰਗੀ ਸਿਹਤਮੰਦ ਪਨੀਰੀ ਉਗਾ ਸਕਣ ਤੇ ਵਧੇਰੇ ਲਾਭ ਲੈ ਸਕਣ। ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਜੀ ਬਿਲਕੁਲ, ਤੁਸੀਂ ਸਹੀ ਕਿਹਾ ਵੀ ਇਹ ਪਨੀਰੀ ਦੀ ਚੋਣ ਕਿਉਂਕਿ ਬਹੁਤ ਜ਼ਰੂਰੀ ਹੈ ਔਰ ਇੱਕ ਵਾਰੀ ਜੇ ਅਸੀਂ ਚੰਗਾ ਬੀਜ ਚੁਣ ਲੈਂਦੇ ਹਾਂ, ਚੰਗੀ ਕਿਸਮ ਚੁਣ ਲੈਂਦੇ ਹਾਂ ਤਾਂ ਉਹਦੇ ਨਾਲ ਜਿਹੜੀ ਹੈ ਸਾਡੀ ਫਸਲ ਦਾ ਅੱਧਾ ਕੰਮ ਉੱਥੇ ਹੀ ਪੂਰਾ ਹੋ ਜਾਂਦਾ। ਤਾਂ ਸਾਡੇ ਖਾਸ ਤੌਰ ਤੇ ਇਲਾਕੇ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਨੇ ਉਹਨਾਂ ਵਿੱਚੋਂ ਕੁਝ ਨਵੀਆਂ ਕਿਸਮਾਂ ਨੇ ਜਿਹੜੀਆਂ ਪਿਛਲੇ ਸਾਲ ਰਿਲੀਜ਼ ਹੋਈਆਂ ਸੀ, ਜਿਹਦੇ ਵਿੱਚੋਂ ਇੱਕ ਹੈ PR 131 ਇਹ 31 ਕੁਇੰਟਲ ਝਾੜ ਦਿੰਦੀ ਹੈ ਔਰ ਤਕਰੀਬਨ 110 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ। ਦੂਸਰੀ ਹੈ PR 130 ਇਹ ਤਕਰੀਬਨ 30 ਕੁਇੰਟਲ ਝਾੜ ਦਿੰਦੀ ਹੈ ਔਰ 105 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਕਿਸਮ ਹੈ ਸਾਡੀ HKR 47 ਜੋ ਕਿ 29.5 ਕੁਇੰਟਲ ਝਾੜ ਦਿੰਦੀ ਹੈ ਔਰ 104 ਦਿਨ ਪੱਕਣ ਵਾਸਤੇ ਲੈਂਦੀ ਹੈ। ਔਰ ਇਹਦੇ ਨਾਲ ਇੱਕ ਸਾਡੇ ਕੋਲ ਹੈ ਕਿਸਮ PR 128 ਅਤੇ 129 ਜਿਹੜੀਆਂ ਕਿ ਸਾਡੀ ਪਹਿਲਾਂ ਕਿਸਮ ਆਉਂਦੀ ਹੁੰਦੀ ਸੀ PAU 201 ਜਿਹੜੀ ਕਿ ਬੜੀ ਪ੍ਰਚਲਿਤ ਕਿਸਮ ਸੀ, ਉਹਦਾ ਸੁਧਰਿਆ ਹੋਇਆ ਰੂਪ ਨੇ। ਤਾਂ ਇਹ ਜਿਹੜੀ PR 128 ਕਿਸਮ ਹੈ ਇਹ ਤਕਰੀਬਨ 30.5 ਕੁਇੰਟਲ ਝਾੜ ਦਿੰਦੀ ਹੈ ਔਰ 111 ਦਿਨ ਲੈਂਦੀ ਹੈ। ਔਰ PR 129 ਜਿਹੜੀ ਹੈ ਇਹ 30 ਕੁਇੰਟਲ ਝਾੜ ਦਿੰਦੀ ਹੈ ਔਰ 108 ਦਿਨ ਲੈਂਦੀ ਹੈ। ਇਸ ਤੋਂ ਇਲਾਵਾ ਸਾਡੀ ਇੱਕ ਕਿਸਮ ਜਿਹਦੇ ਵੱਲ ਐਤਕੀ ਕਿਸਾਨਾਂ ਦਾ ਕਾਫੀ ਰੁਝਾਨ ਹੈਗਾ ਉਹ PR 126 ਕਿਸਮ ਹੈ।
ਉਹਨੂੰ ਵੀ ਕਿਸਾਨ ਚੁਣ ਸਕਦੇ ਨੇ। ਤਕਰੀਬਨ ਉਹ 93 ਕੁ ਦਿਨ ਪੱਕਣ ਵਾਸਤੇ ਲੈਂਦੀ ਹੈ, ਘੱਟ ਸਮੇਂ ਦੀ ਕਿਸਮ ਹੈ ਜੀ, ਝਾੜ ਵੀ ਉਹਦਾ ਵਧੀਆ, ਅਤੇ ਉਹਨੂੰ ਵੀ ਕਿਸਾਨ ਵੀਰ ਹੈ ਜਿਹੜਾ ਹੈ ਚੁਣ ਸਕਦੇ ਨੇ। ਐਤਕੀ ਕਾਫੀ ਝੁਕਾਅ ਵੀ ਹੈ ਕਿਸਾਨ ਵੀਰਾਂ ਦਾ ਉਹਦੇ ਵੱਲ। ਅਤੇ ਇਸ ਤੋਂ ਇਲਾਵਾ ਕੁਛ ਪੁਰਾਣੀਆਂ ਕਿਸਮਾਂ ਨੇ ਜੀ, ਜਿਵੇਂ PR 121 ਹੈਗੀ ਆ, PR 114 ਹੈ, PR 113 ਹੈ। ਇਹ ਕੁਛ ਕਿਸਮਾਂ ਨੇ ਜਿਹੜੀਆਂ ਕਿ ਸੁਧਰੀਆਂ ਹੋਈਆਂ ਕਿਸਮਾਂ ਨੇ, ਜਿਨ੍ਹਾਂ ਨੂੰ ਕਿਸਾਨ ਵੀਰ ਆਪਣੇ ਖੇਤ ਦੇ ਹਿਸਾਬ ਦੇ ਨਾਲ ਚੁਣ ਕੇ ਅਤੇ ਇਹਨਾਂ ਦੀ ਜਿਹੜੀ ਹੈ ਝੋਨੇ ਦੀ ਬਿਜਾਈ ਕਰ ਸਕਦੇ ਨੇ ਜੀ। ਡਾਕਟਰ ਸਾਹਿਬ, ਇਹਨਾਂ ਦਾ ਪਨੀਰੀ ਬੀਜਣ ਦਾ ਜਿਹੜਾ ਸਮਾਂ ਹੈ, ਕਿਉਂਕਿ ਬਹੁਤ ਜ਼ਰੂਰੀ ਹੈ ਕਿ ਸਮਾਂ ਜਿਹੜਾ ਢੁਕਵਾਂ ਜਿਹੜਾ ਸਮਾਂ ਉਹਦੇ 'ਤੇ ਜਿਹੜੀ ਪਨੀਰੀ ਦੀ ਬਿਜਾਈ ਹੋਵੇ, ਇਹਨਾਂ ਲਈ ਢੁਕਵਾਂ ਸਮਾਂ ਕੀ ਹੈ? ਦੇਖੋ ਜੀ, ਕਿਸਮਾਂ ਦੇ ਹਿਸਾਬ ਦੇ ਨਾਲ ਜਿਹੜਾ ਇਹਨਾਂ ਦਾ ਪਨੀਰੀ ਬੀਜਣ ਦਾ ਸਮਾਂ ਹੈ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਫਰਕ ਹੈ। ਜਿਵੇਂ ਮੈਂ ਕਿਸਮਾਂ ਦੀ ਗੱਲ ਕੀਤੀ ਹੈ, PR 121 ਹੈ, PR 122 ਹੈ, PR 128, PR 129, PR 114, PR 113 ਅਤੇ ਨਵੀਂ ਕਿਸਮ PR 131। ਇਹ ਕਿਸਮਾਂ ਥੋੜ੍ਹਾ ਸਮਾਂ ਜ਼ਿਆਦਾ ਲੈਂਦੀਆਂ ਨੇ, ਤਾਂ ਇਹਦੇ ਕਰਕੇ ਇਹਨਾਂ ਦੀ ਪਨੀਰੀ ਜਿਹੜੀ ਹੈ ਕਿਸਾਨ ਵੀਰ ਉਹ ਤਕਰੀਬਨ 20 ਤੋਂ 25 ਮਈ ਤੱਕ ਬੀਜ ਸਕਦੇ ਨੇ, ਸਾਡੀ ਸਿਫਾਰਿਸ਼ ਹੈ। ਔਰ ਵੈਸੇ ਵੀ ਤੁਸੀਂ ਦੇਖਿਆ ਵੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਜ਼ੋਨ ਵਾਸਤੇ 20 ਮਈ ਤੋਂ ਜਿਹੜਾ ਹੈ ਉਹ ਟਾਈਮ ਦਿੱਤਾ ਹੈ, ਤਾਂ ਇਹ ਟਾਈਮ ਇਹਨਾਂ ਕਿਸਮਾਂ ਵਾਸਤੇ ਸਾਰਿਆਂ ਵਾਸਤੇ ਢੁਕਵਾਂ ਹੈ। ਇਸ ਤੋਂ ਇਲਾਵਾ ਜਿਹੜੀ ਕਿਸਮ ਮੈਂ ਗੱਲ ਕੀਤੀ ਸੀ PR 130 ਜਾਂ HKR 47 ਕਿਸਮ ਹੈ, ਜਾਂ PR 127 ਕਿਸਮ ਹੈ, ਇਹਦੀ ਬਿਜਾਈ ਹੈ ਜਿਹੜੀ ਇਹ 25 ਤੋਂ 31 ਮਈ ਤੱਕ ਕਿਸਾਨ ਵੀਰ ਕਰ ਸਕਦੇ ਨੇ। ਅਤੇ ਜਿਹੜੀ ਇਸ ਵਕਤ ਪ੍ਰਚਲਿਤ ਕਿਸਮ ਹੋਈ ਹੈ PR 126, ਕਿਉਂਕਿ ਉਹ ਘੱਟ ਸਮਾਂ ਲੈਣ ਵਾਲੀ ਕਿਸਮ ਹੈ, ਤਾਂ ਉਹਦੀ ਬਿਜਾਈ ਹੈ ਜਿਹੜੀ ਉਹ 25 ਮਈ ਤੋਂ 5 ਜੂਨ ਤੱਕ ਕਿਸਾਨ ਵੀਰ ਕਰ ਸਕਦੇ ਨੇ। ਪਨੀਰੀ ਬੀਜਣ ਦਾ ਸਮਾਂ ਮੈਂ ਤੁਹਾਨੂੰ ਦੱਸ ਦਿੱਤਾ, ਪਰ ਇਹਦੇ ਵਿੱਚ ਕਿਸਾਨ ਵੀਰਾਂ ਨੇ ਧਿਆਨ ਇਹ ਰੱਖਣਾ ਹੈ ਕਿ ਇਹਨਾਂ ਦੀ ਤਕਰੀਬਨ 25 ਤੋਂ 30 ਦਿਨਾਂ ਦੀ ਪਨੀਰੀ ਹੈ ਜਿਹੜੀ ਉਹ ਪੱਟ ਕੇ ਖੇਤ ਦੇ ਵਿੱਚ ਉਹਨਾਂ ਨੇ ਲਾ ਲੈਣੀ ਹੈ। ਖਾਸ ਤੌਰ 'ਤੇ ਜਿਹੜੇ ਘੱਟ ਸਮਾਂ ਲੈਣ ਵਾਲੀ ਕਿਸਮਾਂ ਨੇ, ਜਿਵੇਂ ਆਪਾਂ 26 ਕਿਸਮ ਦੀ ਗੱਲ ਕੀਤੀ ਹੈ PR 126, ਤਾਂ ਉਹਦੇ ਵਿੱਚ ਕੋਸ਼ਿਸ਼ ਕਰਨੀ ਹੈ ਵੀ 25-26 ਦਿਨਾਂ ਦੀ ਪਨੀਰੀ ਹੈ ਜਿਹੜੀ ਪੱਟ ਕੇ ਖੇਤ ਦੇ ਵਿੱਚ ਲੱਗ ਜਾਵੇ, ਤਾਂ ਕਿ ਉਹ ਪੂਰਾ ਬੂਝਾ ਕਰ ਸਕੇ, ਉਹਨੂੰ ਸਮਾਂ ਮਿਲ ਸਕੇ ਪੂਰਾ ਬੂਝਾ ਕਰਨ ਦਾ, ਔਰ ਉਹਦਾ ਝਾੜ ਹੈ ਜਿਹੜਾ ਕਿਸਾਨ ਵੀਰ ਚੰਗਾ ਪ੍ਰਾਪਤ ਕਰ ਸਕਣ। ਡਾਕਟਰ ਸਾਹਿਬ, ਇੱਕ ਬਹੁਤ ਜ਼ਰੂਰੀ ਪਾਰਟ ਹੈ ਕਿ ਬੀਜ ਸੋਧਣ ਦੀ ਜਿਹੜੀ ਪ੍ਰਕਿਰਿਆ ਹੈ, ਆਮ ਤੌਰ 'ਤੇ ਕਿਸਾਨ ਵੀਰ ਇੱਕ ਉਹਨਾਂ ਦਾ ਪਿੰਡਾਂ ਦੇ ਵਿੱਚ ਜਾਂ ਤਾਂ ਰਵਾਇਤੀ ਤਰੀਕਾ ਉਹ ਅਪਣਾਉਂਦੇ ਆ, ਜਾਂ ਫਿਰ ਜਿਵੇਂ ਦੁਕਾਨਦਾਰ ਕਹਿ ਦਿੰਦੇ ਆ। ਬੀਜ ਸੋਧ ਦਾ ਜਿਹੜਾ ਤਰੀਕਾ ਹੈ ਜਾਂ ਖੇਤ ਦੀ ਤਿਆਰੀ ਹੈ, ਇਸ ਸੰਬੰਧੀ ਵੀ ਸਾਡੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿਓ। ਜੀ ਬਿਲਕੁਲ, ਤੁਸੀਂ ਸਹੀ ਕਿਹਾ। ਬੀਜ ਸੋਧ ਇੱਕ ਬੜੀ ਮਹੱਤਵਪੂਰਨ ਕਿਰਿਆ ਹੈਗੀ ਹੈ, ਜੋ ਕਿ ਸਾਰੇ ਕਿਸਾਨ ਵੀਰਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਇਕੱਲੇ ਝੋਨੇ ਦੇ ਵਿੱਚ ਨਹੀਂ, ਬਾਸਮਤੀ ਦੇ ਵਿੱਚ ਨਹੀਂ, ਕੋਈ ਵੀ ਫਸਲ ਕਿਸਾਨ ਵੀਰ ਬੀਜਦੇ ਨੇ ਤਾਂ ਜਿਵੇਂ ਉਹਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ, ਔਰ ਜਿਹੜੀਆਂ ਦਵਾਈਆਂ ਦੀ ਸਿਫਾਰਿਸ਼ ਕੀਤੀ ਗਈ ਹੈ, ਤਰੀਕੇ ਦੀ ਸਿਫਾਰਿਸ਼ ਕੀਤੀ ਗਈ ਹੈ, ਉਹ ਤਰੀਕਾ ਅਪਣਾ ਕੇ ਕਿਸਾਨ ਵੀਰਾਂ ਨੂੰ ਬੀਜ ਸੋਧ ਲੈਣਾ ਚਾਹੀਦਾ। ਆਪਾਂ ਝੋਨੇ ਦੀ ਗੱਲ ਕਰੀਏ ਤਾਂ ਝੋਨੇ ਦੇ ਵਿੱਚ ਬੀਜ ਸੋਧਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਕਿਸਾਨ ਵੀਰ ਨਰੋਆ ਬੀਜ ਚੁਣ ਲੈਣ, ਤਾਂ ਕਿ ਉਹਨਾਂ ਦੇ ਖੇਤ ਦੇ ਵਿੱਚ ਜਾ ਕੇ ਬੂਟੇ ਆ ਜਿਹੜੇ ਉਹ ਇਕਸਾਰ ਹੋਣ ਔਰ ਇੱਕੋ ਜਿਹਾ ਵਧਣ ਫੁੱਲਣ। ਤਾਂ ਉਹਦੇ ਵਾਸਤੇ ਕਿਸਾਨ ਵੀਰਾਂ ਨੇ ਕੀ ਕਰਨਾ ਹੈ ਕਿ ਬੀਜ ਨੂੰ ਪਹਿਲਾਂ ਸਿੰਪਲ ਪਾਣੀ ਦੇ ਵਿੱਚ ਕਿਸੇ ਟੱਬ ਜਾਂ ਬਾਲਟੀ 'ਚ ਭਿਉਂ ਲੈਣਾ, ਔਰ ਉਹਨੂੰ ਚੰਗੀ ਤਰ੍ਹਾਂ ਹਿਲਾਉਣਾ। ਹਿਲਾਉਣ ਤੋਂ ਬਾਅਦ ਉਹਦੇ ਉੱਪਰ ਜਿਹੜਾ ਹਲਕਾ ਬੀਜ ਹੋਏਗਾ ਉੱਪਰ ਤਰ ਕੇ ਆ ਜਾਏਗਾ, ਤਾਂ ਉਹ ਜਿਹੜਾ ਉੱਪਰ ਤਰਦਾ ਬੀਜ ਉਹਨੂੰ ਉਹਨਾਂ ਨੇ ਕੱਢ ਕੇ ਸਿੱਟ ਦੇਣਾ, ਉਹਨੂੰ ਵਰਤਣਾ ਨਹੀਂ ਹੈਗਾ। ਅਤੇ 8 ਕਿਲੋ ਨਰੋਆ ਬੀਜ ਜਿਹੜਾ ਭਾਰੀ ਬੀਜ ਹੈ ਜਿਹੜਾ ਥੱਲੇ ਬਹਿ ਗਿਆ, ਉਹਨੂੰ ਉਹਨਾਂ ਨੇ ਚੁਣਨਾ ਹੈ, ਕਿਉਂਕਿ 8 ਕਿਲੋ ਨਰੋਆ ਬੀਜ 1 ਏਕੜ ਦੀ ਪਨੀਰੀ ਬੀਜਣ ਵਾਸਤੇ ਬਹੁਤ ਹੁੰਦਾ। ਤਾਂ ਉਹਨਾਂ ਨੇ ਉਹ 8 ਕਿਲੋ ਬੀਜ ਲੈ ਕੇ ਜਦੋਂ ਪਾਣੀ 'ਚੋਂ ਕੱਢ ਕੇ ਨਿਤਾਰ ਲਿਆ, ਤਾਂ ਉਸ ਤੋਂ ਬਾਅਦ ਫਿਰ ਉਹਨੂੰ ਜਿਹੜੀ ਹੈ ਉਹ ਉੱਲੀ ਨਾਸ਼ਕ ਨਾਲ ਸੋਧਣ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰਨੀ ਹੈ। ਉਹਦੇ ਵਾਸਤੇ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੈ ਜੀ ਸਪ੍ਰਿੰਟ ਦਵਾਈ ਦੀ। ਇਹ ਸਪ੍ਰਿੰਟ ਦਵਾਈ ਸਪ੍ਰਿੰਟ 75 WS ਦਵਾਈ ਹੈ। ਇਹਦੇ ਉਹਨਾਂ ਨੇ ਕੀ ਕਰਨਾ, 3 ਗ੍ਰਾਮ ਦਵਾਈ 1 ਕਿਲੋ ਬੀਜ ਪਿੱਛੇ ਵਰਤਣੀ ਹੈ, ਪਰ ਵਰਤਣ ਤੋਂ ਪਹਿਲਾਂ 3 ਗ੍ਰਾਮ ਦਵਾਈ ਨੂੰ 10 ml ਪਾਣੀ ਦੇ ਵਿੱਚ ਘੋਲਣਾ। ਤਾਂ ਹੁਣ ਜੇ ਆਪਾਂ 1 ਕਿੱਲੇ ਦੇ ਬੀਜ ਦੀ ਗੱਲ ਕਰੀਏ ਤਾਂ 8 ਕਿਲੋ ਬੀਜ 1 ਕਿੱਲੇ ਦਾ ਲੱਗਦਾ ਹੈ, ਤਾਂ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਦੇ ਨਾਲ 24 ਗ੍ਰਾਮ ਦਵਾਈ ਦਾ ਬਣ ਗਿਆ। ਤਾਂ ਕਿਸਾਨ ਵੀਰਾਂ ਨੇ 24 ਗ੍ਰਾਮ ਦਵਾਈ ਲੈ ਕੇ ਉਹਨੂੰ 80 ਤੋਂ 100 ml ਪਾਣੀ ਦੇ ਵਿੱਚ ਘੋਲ ਲੈਣਾ, ਅਤੇ ਜਿਹੜਾ 8 ਕਿਲੋ ਬੀਜ ਉਹਨਾਂ ਨੇ ਨਿਤਾਰਿਆ ਹੋਇਆ ਪਾਣੀ 'ਚੋਂ ਕੱਢ ਕੇ ਉਹਦੇ ਵਿੱਚ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਕਿਸੇ ਪੱਕੇ ਫਰਸ਼ ਜਾਂ ਤਰਪਾਲ 'ਤੇ ਵਿਛਾ ਕੇ। ਅਤੇ ਉਸ ਤੋਂ ਬਾਅਦ ਉਹਨੂੰ ਆਪਾਂ ਜਿਹੜਾ ਹੈ ਜਦੋਂ ਉਹ ਦਵਾਈ ਸਾਰੇ ਕਿਤੇ ਇਕਸਾਰ ਲੱਗ ਗਈ, ਤਾਂ ਉਸ ਤੋਂ ਬਾਅਦ ਉਹਨੂੰ ਆਪਾਂ ਬੀਜ ਨੂੰ ਗਿੱਲੀਆਂ ਬੋਰੀਆਂ ਦੇ ਉੱਤੇ 7-8 ਸੈਂਟੀਮੀਟਰ ਮੋਟੀ ਤਹਿ ਦੇ ਵਿੱਚ ਵਿਛਾ ਦੇਣਾ। ਇਕਸਾਰ ਆਪਾਂ ਤਹਿ ਵਿਛਾਉਣੀ ਹੈ, ਔਰ ਉਹਦੇ ਉੱਪਰ ਫਿਰ ਆਪਾਂ ਗਿੱਲੀਆਂ ਬੋਰੀਆਂ ਦੇ ਦੇਣੀਆਂ, ਔਰ ਉਹ ਬੋਰੀਆਂ ਨੂੰ ਆਪਾਂ ਸਮੇਂ-ਸਮੇਂ 'ਤੇ ਪਾਣੀ ਛਿੜਕ ਕੇ ਗਿੱਲਾ ਰੱਖਣਾ। ਅਤੇ ਉਹਦੇ ਨਾਲ ਕੀ ਹੋਏਗਾ ਕਿ 24 ਤੋਂ 36 ਘੰਟੇ ਦੇ ਵਿੱਚ ਉਹ ਜਿਹੜਾ ਸੁਧਰਿਆ ਬੀਜ ਹੈ ਉਹ ਪੁੰਗਰ ਆਊਗਾ, ਔਰ ਆਪਣੀ ਪਨੀਰੀ ਬੀਜਣ ਵਾਸਤੇ ਤਿਆਰ ਹੋ ਜਾਊਗਾ ਜੀ। ਸਰ, ਪਨੀਰੀ ਬੀਜਣ ਦੀ ਵਿਧੀ ਕੀ ਹੈ? ਜੇਕਰ ਆਪਾਂ ਗੱਲ ਕਰੀਏ ਸਾਰੀਆਂ ਕਿਸਮਾਂ ਦੀ ਇੱਕੋ ਹੀ ਵਿਧੀ ਹੈ? ਪਨੀਰੀ ਬੀਜਣ ਦੀ ਵਿਧੀ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ।
ਜੀ ਬਿਲਕੁਲ, ਜਿਹੜੀ ਪਨੀਰੀ ਬੀਜਣ ਦੀ ਵਿਧੀ ਹੈ ਉਹ ਮੋਟੇ ਤੌਰ 'ਤੇ ਇੱਕੋ ਜਿਹੀ ਹੈ ਸਾਰੀਆਂ ਕਿਸਮਾਂ ਵਾਸਤੇ, ਸਿਰਫ ਉਹਦੇ ਵਿੱਚ ਬੀਜਣ ਦਾ ਸਮਾਂ ਜਿਹੜਾ ਹੈ ਉਹ ਥੋੜ੍ਹਾ ਬਹੁਤ ਫਰਕ ਪੈਂਦਾ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੀ ਖੇਤ ਦੀ ਤਿਆਰੀ ਹੈ, ਕਿਸਾਨ ਵੀਰਾਂ ਨੇ ਕੀ ਕਰਨਾ ਵੀ ਜਿੱਥੇ ਪਨੀਰੀ ਬੀਜਣੀ ਹੈ ਉੱਥੇ ਪਹਿਲਾਂ ਉਹਨਾਂ ਨੇ 12 ਤੋਂ 15 ਟਨ ਚੰਗੀ ਤਰ੍ਹਾਂ ਗਲੀ ਸੜੀ ਰੂੜੀ ਮਿਲ ਜਾਵੇ ਉਹਨਾਂ ਨੂੰ, ਜਾਂ ਕੰਪੋਸਟ ਖਾਦ ਮਿਲ ਜਾਵੇ। ਇਹ ਧਿਆਨ ਰੱਖਣਾ ਵੀ ਕੱਚੀ ਰੂੜੀ ਨਹੀਂ ਵਰਤਣੀ। ਜਿਹੜੀ ਕੱਚੀ ਰੂੜੀ ਹੋਊਗੀ ਜਿਹਦੇ 'ਚ ਗੋਹਾ ਦਿਖਦਾ ਹੋਊਗਾ ਉਹਦੇ ਕਰਕੇ ਫਿਰ ਸਿਉਂਕ ਦੀ ਸਮੱਸਿਆ ਆ ਜਾਂਦੀ ਆ, ਉਹ ਬਿਲਕੁਲ ਨਹੀਂ ਵਰਤਣੀ। ਗਲੀ ਸੜੀ ਰੂੜੀ ਲੈ ਕੇ 12 ਤੋਂ 15 ਟਨ 1 ਏਕੜ ਵਾਸਤੇ ਉਹ ਆਪਾਂ ਖੇਤ 'ਚ ਵਾਹ ਕੇ ਅਤੇ ਉਹਦੇ ਮੁੜ ਕੇ ਇੱਕ ਪਾਣੀ ਲਾ ਦੇਣਾ ਆਪਾਂ ਆਪਣੇ ਖੇਤ ਨੂੰ। ਉਹ ਪਾਣੀ ਲਾਉਣ ਨਾਲ ਕੀ ਹੋਏਗਾ ਜੀ ਕਿ ਜਿਹੜੇ ਉਹਦੇ ਵਿੱਚ ਨਦੀਨਾਂ ਦੇ ਬੀਜ ਪਏ ਨੇ ਉਹ ਨਦੀਨ ਪੁੰਗਰ ਆਉਣਗੇ, ਨਦੀਨ ਬਾਹਰ ਆ ਜਾਣਗੇ। ਅਤੇ ਉਸ ਤੋਂ ਬਾਅਦ ਜਦੋਂ ਨਦੀਨ ਪੁੰਗਰ ਆਉਂਦੇ ਆ ਤਾਂ ਉਸ ਤੋਂ ਬਾਅਦ ਕਿਸਾਨ ਵੀਰਾਂ ਨੇ ਕੀ ਕਰਨਾ ਕਿ ਉਸ ਜ਼ਮੀਨ ਨੂੰ 2 ਵਾਰੀ ਵਾਹ ਕੇ ਅਤੇ ਆਪਾਂ ਆਪਣੀ ਪਨੀਰੀ ਬੀਜਣ ਵਾਸਤੇ ਖੇਤ ਤਿਆਰ ਕਰ ਲੈਣਾ। ਉਸ ਤੋਂ ਬਾਅਦ ਅਗਲੀ ਗੱਲ ਆਉਂਦੀ ਹੈ ਜੀ ਕਿ ਆਪਾਂ ਜਿਹੜਾ ਹੈ ਬੀਜ ਆਪਾਂ ਪੁੰਗਰਨ ਵਾਸਤੇ ਰੱਖ ਦਿੱਤਾ ਹੋਇਆ, 24 ਤੋਂ 36 ਘੰਟੇ 'ਚ ਆਪਣਾ ਬੀਜ ਪੁੰਗਰ ਆਉਣਾ। ਤਾਂ ਅਗਲਾ ਸਵਾਲ ਆਉਂਦਾ ਵੀ ਫਿਰ ਆਪਾਂ ਪਨੀਰੀ ਵਿੱਚ ਖਾਦਾਂ ਕਿਹੜੀਆਂ ਪਾਉਣੀਆਂ। ਤਾਂ ਉਹਦੇ ਵਾਸਤੇ ਸਾਡੀ ਜਿਹੜੀ ਸਿਫਾਰਿਸ਼ ਹੈ ਜੀ, ਬਿਜਾਈ ਦੇ ਸਮੇਂ ਕਿਸਾਨ ਵੀਰਾਂ ਨੇ 1 ਏਕੜ ਪਿੱਛੇ 1 ਏਕੜ ਦੀ ਜਿਹੜੀ ਹੈਗੀ ਹੈ, ਜੇ ਉਹ 1 ਏਕੜ ਪਨੀਰੀ ਬੀਜ ਰਹੇ ਨੇ ਤਾਂ ਉਹਦੇ ਪਿੱਛੇ 26 ਕਿਲੋ ਯੂਰੀਆ ਪਾਉਣਾ ਜੀ, ਔਰ ਉਸ ਤੋਂ ਇਲਾਵਾ 60 ਕਿਲੋ ਸੁਪਰ ਫਾਸਫੇਟ ਪਾਉਣਾ, ਔਰ 40 ਕਿਲੋ ਜ਼ਿੰਕ ਸਲਫੇਟ ਪਾਉਣਾ ਹੈ ਜੇ 21% ਵਾਲਾ, ਅਤੇ ਜੇ ਕਿਤੇ 33% ਵਾਲਾ ਜ਼ਿੰਕ ਸਲਫੇਟ ਮਿਲਦਾ ਤਾਂ ਉਹ 25.5 ਕਿਲੋ ਹੀ ਪੈਣਾ ਸਿਰਫ। ਤਾਂ ਇਹਨਾਂ ਖਾਦਾਂ ਨੂੰ ਚੁਣ ਕੇ ਇਹ ਬਿਜਾਈ ਦੇ ਸਮੇਂ ਉਹਨਾਂ ਨੇ ਪਾ ਲੈਣੀ ਹੈ, ਅਤੇ ਉਸ ਤੋਂ ਬਾਅਦ ਆਪਾਂ ਜਿਹੜੇ ਹੈ ਉੱਥੇ ਉਹਨਾਂ ਨੇ ਪਨੀਰੀ ਬੀਜ ਲੈਣੀ ਹੈ। ਪਨੀਰੀ ਬੀਜਣ ਉਪਰੰਤ ਕਿਸਾਨ ਵੀਰਾਂ ਨੇ ਕੀ ਕਰਨਾ ਹੈ ਕਿ ਜਿਹੜੀ ਉਹ ਰੂੜੀ ਆਪਾਂ ਪਹਿਲਾਂ ਵੀ ਲਿਆਂਦੀ ਸੀ, ਗਲੀ ਸਰੀ ਰੂੜੀ ਦੀ ਇੱਕ ਪਤਲੀ ਤਹਿ ਬੀਜ ਦੇ ਉੱਪਰ ਵਿਛਾ ਦੇਣੀ ਹੈ ਤਾਂ ਕਿ ਪੰਛੀ ਬੀਜ ਦਾ ਨੁਕਸਾਨ ਨਾ ਕਰ ਸਕਣ। ਅਤੇ ਇਸ ਤਰੀਕੇ ਨਾਲ ਜਦੋਂ ਉਹ ਪਨੀਰੀ ਆਪਣੀ ਬੀਜੀ ਗਈ ਉਹਨੂੰ ਆਪਾਂ ਸਮੇਂ-ਸਮੇਂ 'ਤੇ ਪਾਣੀ ਲਾਉਂਦੇ ਰਹਿਣਾ। ਹੁਣ ਸਮੱਸਿਆ ਕਈ ਵਾਰੀ ਇਹ ਆਉਂਦੀ ਹੁੰਦੀ ਹੈ ਜੀ ਕਿ ਪਨੀਰੀ ਜਦੋਂ ਆਪਾਂ ਬੀਜ ਰਹੇ ਹੁੰਦੇ ਹਾਂ ਜਾਂ ਬਿਜਾਈ ਤੋਂ ਉਪਰੰਤ ਕਈ ਵਾਰੀ ਤਾਪਮਾਨ ਬਹੁਤ ਵੱਧ ਜਾਂਦਾ, ਗਰਮੀ ਬਹੁਤ ਹੋ ਜਾਂਦੀ ਹੈ। ਤਾਂ ਇਹ ਕਿਸਾਨ ਵੀਰਾਂ ਨੇ ਧਿਆਨ ਰੱਖਣਾ ਕਿ ਇੱਕ ਤਾਂ ਸੋਕਾ ਨਾ ਲੱਗੇ ਜ਼ਮੀਨ ਨੂੰ, ਦੂਸਰੀ ਗੱਲ ਕਿ ਜੇ ਪਾਣੀ ਵੀ ਲੱਗਦਾ ਹੈ ਤਾਂ ਸਵੇਰੇ ਜਿਹੜਾ ਪਾਣੀ ਲਾਇਆ ਉਹਨੂੰ ਸ਼ਾਮ ਨੂੰ ਕੱਢ ਕੇ ਸ਼ਾਮ ਨੂੰ ਫਰੈਸ਼ ਪਾਣੀ ਲਾ ਦੇਣ ਉਹ, ਤਾਂ ਉਹ ਸ਼ਾਮ ਨੂੰ ਪਾਣੀ ਬਦਲਦੇ ਰਹਿਣਾ ਤਾਂ ਕਿ ਪਾਣੀ ਦੇ ਵਿੱਚ ਗਰਮੀ ਜਿਹੜੀ ਸਮਾ ਜਾਂਦੀ ਹੈ ਉਹਦੇ ਕਰਕੇ ਪਨੀਰੀ ਦਾ ਨੁਕਸਾਨ ਨਾ ਹੋਵੇ। ਇਸ ਤਰੀਕੇ ਨਾਲ ਜਦੋਂ 15 ਕੁ ਦਿਨ ਬੀਤ ਜਾਣਗੇ ਤਾਂ ਕਿਸਾਨ ਵੀਰਾਂ ਨੇ 26 ਕਿਲੋ ਯੂਰੀਏ ਦੀ ਇੱਕ ਡੋਜ਼ ਪ੍ਰਤੀ ਏਕੜ ਪਿੱਛੇ ਹੋਰ ਉਹਦੇ ਵਿੱਚ ਪਾ ਦੇਣੀ ਹੈ। ਅਤੇ ਇੰਨਾ ਕਰਨ ਦੇ ਨਾਲ ਕੀ ਹੈ ਕਿ ਸਾਡੀ ਪਨੀਰੀ ਹੈ ਜਿਹੜੀ ਉਹ 25 ਤੋਂ 30 ਦਿਨਾਂ ਦੇ ਵਿੱਚ ਬੀਜਣ ਵਾਸਤੇ ਤਿਆਰ ਹੋ ਜਾਏਗੀ ਜੀ। ਔਰ ਇਹ 25 ਤੋਂ 30 ਦਿਨਾਂ ਦੀ ਮੈਂ ਅੱਗੇ ਵੀ ਦੱਸਿਆ ਵੀ ਪਨੀਰੀ ਹੈ ਜਿਹੜੀ ਇਹ ਖੇਤ ਦੇ ਵਿੱਚ ਲੱਗ ਜਾਣੀ ਚਾਹੀਦੀ ਹੈ। ਔਰ ਇਹਦੀ ਨਿਸ਼ਾਨੀ ਕੀ ਹੁੰਦੀ ਹੈ ਕਿ ਤਕਰੀਬਨ ਇਹ ਆਪਣੀ 20 ਤੋਂ 25 ਸੈਂਟੀਮੀਟਰ ਉੱਚੀ ਹੋ ਜਾਂਦੀ ਹੈ ਪਨੀਰੀ, ਔਰ 6 ਤੋਂ 7 ਪੱਤੇ ਇਹਦੇ ਵਿੱਚ ਆ ਜਾਂਦੇ ਨੇ। ਤਾਂ ਇਹ ਜਦੋਂ 6 ਤੋਂ 7 ਪੱਤੇ ਪਨੀਰੀ ਦੇ ਬੂਟਿਆਂ ਦੇ ਵਿੱਚ ਆ ਜਾਣ ਤਾਂ ਕਿਸਾਨ ਵੀਰ ਸਮਝ ਜਾਣ ਕਿ ਇਹ ਪਨੀਰੀ ਸਾਡੇ ਹੁਣ ਬੀਜਣ ਵਾਸਤੇ ਤਿਆਰ ਹੈ, ਅਤੇ ਆਪਣਾ ਖੇਤ ਹੈ ਜਿਹੜਾ ਕੱਦੂ ਕਰਕੇ ਉਹਨੂੰ ਆਪਾਂ ਖੇਤ ਦੇ ਵਿੱਚ ਜਿਹੜੀ ਹੈ ਉਹਨੂੰ ਟਰਾਂਸਪਲਾਂਟ ਕਰ ਲੈਣਾ। ਸੋ ਇਹੀ ਮੁੱਖ ਤੌਰ 'ਤੇ ਮੋਟੀ ਵਿਧੀ ਹੈ ਜੀ ਝੋਨੇ ਦੀ ਪਨੀਰੀ ਬੀਜਣ ਵਾਸਤੇ। ਡਾਕਟਰ ਸਾਹਿਬ, ਜੇਕਰ ਆਪਾਂ ਗੱਲ ਕਰੀਏ ਅੱਗੇ ਝੋਨੇ ਜਾਂ ਬਾਸਮਤੀ ਦੀ, ਕੋਈ ਜ਼ਰੂਰ ਇਹ ਨੁਕਤੇ ਨੇ ਜਿਹੜੇ ਕਿਸਾਨਾਂ ਨਾਲ ਤੁਸੀਂ ਸਾਂਝੇ ਕਰਨੇ ਚਾਹੋਗੇ ਤਾਂ ਕਿ ਉਹ ਘੱਟ ਖਰਚੇ ਦੇ ਵਿੱਚ ਇੱਕ ਸਿਹਤਮੰਦ ਪਨੀਰੀ ਅਤੇ ਸਿਹਤਮੰਦ ਫਸਲ ਜਿਹੜੀ ਹੈ ਉਹ ਉਗਾ ਸਕਣ? ਕਿਉਂਕਿ ਜ਼ਿਆਦਾਤਰ ਕੀ ਹੁੰਦਾ, ਕਿਸਾਨ ਵੀਰ ਦੁਕਾਨਦਾਰਾਂ ਲਵੇ ਜਾਂਦੇ ਨੇ, ਕਾਫੀ ਹੱਦ ਤੱਕ ਉਹਨਾਂ ਨੂੰ ਸ਼ਾਇਦ ਤਜਰਬਾ ਵੀ ਨਹੀਂ ਹੁੰਦਾ, ਅਤੇ ਬਹੁਤ ਸਾਰੀ ਮਾਤਰਾ ਦੇ ਵਿੱਚ ਉਹ ਜਿਹੜੀ ਹੈਗੀ ਹੈ ਕੋਈ ਖਾਦਾਂ ਪਾਤੀਆਂ, ਸਪਰੇਅ ਕਰਤੀ, ਅਤੇ ਕੋਈ ਜ਼ਰੂਰੀ ਨੁਕਤੇ ਨੇ ਜਿਹੜੇ ਉਹ ਕਿਸਾਨ ਵੀਰਾਂ ਨੂੰ ਕਿਹੜੇ ਨੁਕਤੇ ਨੇ ਜਿਹਦੇ ਨਾਲ ਕਿਸਾਨ ਨੇ ਜਿਹੜੇ ਘੱਟ ਖਰਚੇ ਦੇ ਵਿੱਚ ਵਧੀਆ ਜਿਹੜੀ ਆ ਫਸਲ ਹੈ ਜਿਹੜੀ ਉਹ ਤਿਆਰ ਕਰ ਸਕਦੇ ਨੇ, ਉਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜੀ ਬਿਲਕੁਲ, ਜੇ ਆਪਾਂ ਝੋਨੇ ਔਰ ਬਾਸਮਤੀ ਦੇ ਫਸਲ ਦੀ ਗੱਲ ਕਰੀਏ ਤਾਂ ਕੁਝ ਜ਼ਰੂਰੀ ਨੁਕਤੇ ਮੈਂ ਕਿਸਾਨਾਂ ਨਾਲ ਜ਼ਰੂਰ ਸਾਂਝੇ ਕਰਨਾ ਚਾਹੁੰਦਾ। ਬਾਸਮਤੀ ਦੇ ਦੱਸ ਦਿਓ ਕਿ ਕੋਈ ਜਿਹੜੇ ਹੈਗੇ ਨੇ ਉਹ ਕਿਹੜੇ ਬੀਜ ਬੀਜਣ ਦੀ ਵੈਸੇ ਸਲਾਹ ਦਿੰਦੇ ਹੋ ਜੀ? ਬਾਸਮਤੀ ਦੇ ਵਿੱਚ ਸਾਡੇ ਕਈ ਕਿਸਮਾਂ ਦੀ ਸਿਫਾਰਿਸ਼ ਹੈ ਜੀ, ਜਿਵੇਂ ਆਪਣੇ ਪਟਿਆਲੇ ਦੇ ਵਿੱਚ PB 7 ਨੰਬਰ ਕਿਸਮ ਹੈ, ਸਾਡੀ ਨਵੀਂ ਕਿਸਮ ਹੈ ਬਾਸਮਤੀ ਦੀ, ਔਰ ਟਰੂ ਬਾਸਮਤੀ ਜਿਹੜੀ ਅਸਲੀ ਖੁਸ਼ਬੂ ਵਾਲੀ ਬਾਸਮਤੀ ਹੈ ਉਹਦੀ ਕਿਸਮ ਹੈ, ਤਾਂ ਉਹ ਵੀ ਕਿਸਾਨ ਵੀਰ ਬੀਜ ਸਕਦੇ ਨੇ। ਉਸ ਤੋਂ ਇਲਾਵਾ ਸਾਡੇ ਕੋਲੇ ਪੂਸਾ ਬਾਸਮਤੀ 1121 ਕਿਸਮ ਪ੍ਰਚਲਿਤ ਕਿਸਮ ਹੈਗੀ ਆ, ਪੂਸਾ ਬਾਸਮਤੀ 1509 ਕਿਸਮ ਹੈਗੀ ਆ, CSR 30 ਕਿਸਮ ਹੈਗੀ ਆ, 1637 ਕਿਸਮ ਹੈ ਸਾਡੇ ਕੋਲੇ, ਬਾਸਮਤੀ 1718 ਕਿਸਮ ਹੈ। ਕਈ ਤਰ੍ਹਾਂ ਦੀਆਂ ਕਿਸਮਾਂ ਹੈਗੀਆਂ ਜਿਹੜੀਆਂ ਕਿਸਾਨ ਵੀਰ ਬੀਜ ਸਕਦੇ ਨੇ। ਔਰ ਇਹਦੀ ਬਿਜਾਈ ਦਾ ਜਿਹੜਾ ਸਮਾਂ, ਪਨੀਰੀ ਬੀਜਣ ਦਾ ਸਮਾਂ, ਇਹ ਜ਼ਰੂਰ ਕਿਸਾਨ ਵੀਰਾਂ ਨੇ ਧਿਆਨ ਰੱਖ ਲੈਣਾ, ਕਿਉਂਕਿ ਕਈ ਵਾਰੀ ਆਪਾਂ ਬਾਸਮਤੀ ਨੂੰ ਵੀ ਪਰਮਲ ਝੋਨੇ ਦੇ ਨਾਲ ਹੀ ਪਨੀਰੀ ਬੀਜ ਲੈਂਦੇ ਹਾਂ, ਤਾਂ ਉਹਦੇ ਨਾਲ ਕੀ ਹੈ ਕਿ ਬਾਅਦ ਦੇ ਵਿੱਚ ਬਿਮਾਰੀਆਂ, ਕੀੜਿਆਂ ਦੀ ਸਮੱਸਿਆ ਔਰ ਝਾੜ ਦੇ ਵਿੱਚ ਨੁਕਸਾਨ ਹੋਣ ਦਾ ਖਦਸ਼ਾ ਰਹਿੰਦਾ।
ਤਾਂ ਕਿਸਾਨ ਵੀਰਾਂ ਨੇ ਜੇ PB 7 ਕਿਸਮ ਚੁਣੀ ਹੈ ਜਾਂ PB 5 ਕਿਸਮ ਸਾਡੀ ਜਿਹੜੀ ਪੰਜਾਬ ਬਾਸਮਤੀ 5 ਆਉਂਦੀ ਹੈ, ਜਾਂ ਪੂਸਾ ਬਾਸਮਤੀ 11-21 ਕਿਸਮ ਚੁਣੀ ਹੈ, ਜਾਂ 16-37 ਕਿਸਮ ਚੁਣੀ ਹੈ, ਜਾਂ ਬਾਸਮਤੀ 17-18 ਕਿਸਮ ਚੁਣੀ ਹੈ, ਤਾਂ ਕਿਸਾਨ ਵੀਰਾਂ ਨੇ ਜੂਨ ਦੇ ਪਹਿਲੇ ਪੰਦਰਵਾੜੇ ਦੇ ਵਿੱਚ ਪਨੀਰੀ ਬੀਜਣੀ ਹੈ ਔਰ ਜੁਲਾਈ ਦੇ ਪਹਿਲੇ ਪੰਦਰਵਾੜੇ 'ਚ ਉਹਨੂੰ ਪੱਟ ਕੇ ਖੇਤ ਦੇ ਵਿੱਚ ਲਾ ਲੈਣਾ। ਪਰ ਜੇ ਇਹਨਾਂ ਨੇ CSR 30 ਕਿਸਮ ਬੀਜੀ ਹੈ ਜਾਂ 1509 ਕਿਸਮ ਨੂੰ, ਕਿਉਂਕਿ ਐਤਕੀ ਤਰਜੀਹ ਕਿਸਾਨ ਵੀਰ ਦੇ ਰਹੇ ਨੇ, ਘੱਟ ਸਮਾਂ ਲੈਣ ਵਾਲੀ ਕਿਸਮ ਹੈ, ਤਾਂ ਪੂਸਾ ਬਾਸਮਤੀ 1509 ਜੇ ਬੀਜ ਰਹੇ ਨੇ ਤਾਂ ਇਹਦਾ ਜਿਹੜਾ ਬਿਜਾਈ ਦਾ ਸਮਾਂ ਹੈ 15 ਦਿਨ ਲੇਟ ਹੈ। ਯਾਨੀ ਕਿ ਇਹਦੀ ਪਨੀਰੀ ਹੈ ਜਿਹੜੀ ਉਹ ਜੂਨ ਦੇ ਦੂਜੇ ਪੰਦਰਵਾੜੇ 'ਚ ਬੀਜੀ ਜਾਊਗੀ ਔਰ ਖੇਤ ਦੇ ਵਿੱਚ ਇਹ ਜੁਲਾਈ ਦੇ ਦੂਜੇ ਪੰਦਰਵਾੜੇ 'ਚ ਪੱਟ ਕੇ ਹੈ ਜਿਹੜੀ ਇਹ ਕਿਸਮਾਂ ਲੱਗਣਗੀਆਂ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਨੁਕਤਿਆਂ ਦੀ, ਤਾਂ ਪਹਿਲੀ ਬੇਨਤੀ ਮੇਰੀ ਕਿਸਾਨ ਵੀਰਾਂ ਨੂੰ ਇਹ ਆ ਕਿ ਪਾਣੀ ਦੀ ਬੱਚਤ ਕਰਨ ਵਾਸਤੇ ਔਰ ਪਰਾਲੀ ਦੇ ਸੁਚੱਜੇ ਪ੍ਰਬੰਧ ਵਾਸਤੇ ਕਿਸਾਨ ਵੀਰ ਸਿਰਫ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਹੈ ਸਿਰਫ ਉਹਨਾਂ ਨੂੰ ਹੀ ਬੀਜਣ। ਜਿਹੜੀਆਂ ਗੈਰ ਸਿਫਾਰਸ਼ੀ ਕਿਸਮਾਂ ਹੈ ਜਿਵੇਂ ਪੂਸਾ 44 ਆ, ਡੋਗਰ ਪੂਸਾ, ਪੀੜੀ ਪੂਸਾ, ਉਹਨਾਂ ਨੂੰ ਨਾ ਬੀਜਣ, ਕਿਉਂਕਿ ਇੱਕ ਤਾਂ ਉਹ 15 ਤੋਂ 20% ਤੱਕ ਪਾਣੀ ਵੱਧ ਲੈਂਦੀਆਂ ਜੀ। ਦੂਸਰੀ ਗੱਲ, ਉਹਨਾਂ 'ਤੇ ਕੀਟਨਾਸ਼ਕਾਂ ਦੇ, ਉੱਲੀ ਨਾਸ਼ਕਾਂ ਦੇ 2-2 ਸਪਰੇਅ ਵੀ ਵੱਧ ਹੋ ਜਾਂਦੇ ਆ, ਖਰਚਾ ਬਹੁਤ ਵੱਧ ਜਾਂਦਾ। ਤੀਸਰਾ, ਉਹਨਾਂ ਦਾ ਪਰਾਲ ਸਾਂਭਣ ਦੇ ਵਿੱਚ ਬੜੀ ਸਮੱਸਿਆ ਆਉਂਦੀ ਹੈ ਕਿਉਂਕਿ ਵੱਧ ਪਰਾਲ ਵਾਲੀਆਂ ਕਿਸਮਾਂ। ਸੋ ਘੱਟ ਸਮਾਂ ਲੈਣ ਵਾਲੀਆਂ, ਘੱਟ ਪਰਾਲੀ ਵਾਲੇ ਕਿਸਮਾਂ ਨੂੰ ਕਿਸਾਨ ਵੀਰ ਤਰਜੀਹ ਦੇਣ। ਦੂਸਰੀ ਗੱਲ ਕਿ ਜਿਹੜੇ ਅਸੀਂ ਸਮੇਂ ਦੱਸੇ ਹੈ ਪਨੀਰੀ ਨੂੰ ਬੀਜਣ ਦੇ, ਜਿਵੇਂ 20 ਮਈ ਤੋਂ ਤਕਰੀਬਨ ਆਪਣਾ 20 ਜੂਨ ਤੱਕ ਦਾ ਸਮਾਂ ਪਨੀਰੀ ਬੀਜਣ ਦਾ ਹੈਗਾ, ਅਤੇ ਜਿਹੜਾ ਪਨੀਰੀ ਪੱਟ ਕੇ ਲਾਉਣ ਦਾ ਸਮਾਂ ਹੈਗਾ 20 ਜੂਨ ਤੋਂ ਲੈ ਕੇ 10 ਜੁਲਾਈ ਤੱਕ ਦਾ। ਇਹ ਸਮੇਂ ਦਾ ਕਿਸਾਨ ਵੀਰ ਜ਼ਰੂਰ ਧਿਆਨ ਰੱਖਣ। ਜੋ ਝੋਨੇ ਦੇ ਸਮੇਂ ਹੈ ਉਹਦੇ ਵਿੱਚ ਝੋਨੇ ਦੀ ਪਨੀਰੀ ਬੀਜੀ ਜਾਵੇ ਅਤੇ ਉਸ ਸਮੇਂ ਦੇ ਅਨੁਸਾਰ ਹੀ ਉਹ ਪੱਟ ਕੇ ਲੱਗੀ ਜਾਵੇ, ਅਤੇ ਜੋ ਬਾਸਮਤੀ ਦੇ ਸਮੇਂ ਹੈ ਉਹਦੇ 'ਚ ਬਾਸਮਤੀ ਦੀ ਬੀਜੀ ਜਾਵੇ। ਤਾਂ ਡੇਟ ਆਫ ਸੋਇੰਗ ਅਤੇ ਡੇਟ ਆਫ ਟਰਾਂਸਪਲਾਂਟਿੰਗ ਹੈ ਜਿਹੜੀ ਇਹ ਬਹੁਤ ਮਹੱਤਵਪੂਰਨ ਹੈ। ਦੂਜੀ ਗੱਲ ਕਿ ਜੇ ਝੋਨੇ ਦੀ ਸਿੱਧੀ ਬਿਜਾਈ ਕੋਈ ਅਪਣਾ ਰਹੇ ਨੇ ਤਾਂ ਪਾਣੀ ਦੀ ਬੱਚਤ ਤਾਂ ਹੁੰਦੀ ਆ, ਪਰ ਉੱਥੇ ਧਿਆਨ ਇਹ ਦੇਣਾ ਕਿ ਆਪਾਂ ਇੱਕ ਤਾਂ ਹਲਕੀਆਂ ਜ਼ਮੀਨਾਂ 'ਚ ਸਿੱਧੀ ਬਿਜਾਈ ਨੂੰ ਤਰਜੀਹ ਨਹੀਂ ਦੇਣੀ। ਦੂਜੀ ਗੱਲ ਕਿ ਤਰ-ਬੱਤਰ ਜ਼ਮੀਨ ਦੇ ਵਿੱਚ ਆਪਾਂ ਜਿਹੜੀ ਹੈ ਸਿੱਧੀ ਬਿਜਾਈ ਆਪਾਂ ਕਰਨੀ ਹੈ ਅਤੇ ਉਹ ਬਿਜਾਈ 1 ਜੂਨ ਤੋਂ ਕੀਤੀ ਜਾ ਸਕਦੀ ਹੈ। ਉਹ ਥੋੜ੍ਹੀ ਛੇਤੀ ਉਹਦੇ ਵਾਸਤੇ ਸਮਾਂ ਆ ਜਾਂਦਾ। ਫਿਰ ਖਾਦਾਂ ਦੀ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ ਜੀ, ਕਿਉਂਕਿ ਖਾਦਾਂ ਦੀ ਜੇ ਗੱਲ ਕਰੀਏ ਤਾਂ ਆਪਾਂ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ ਜੇ ਆਪਾਂ ਕਣਕ ਨੂੰ ਫਾਸਫੋਰਸ ਪਾਈ ਹੋਈ ਹੈ। ਜੇ ਕਣਕ ਨੂੰ ਡਾਇਆ ਪਾਇਆ ਹੋਇਆ ਤਾਂ ਝੋਨੇ ਦੇ ਵਿੱਚ ਲੋੜ ਨਹੀਂ ਹੁੰਦੀ, ਤਾਂ ਉਹ ਆਪਾਂ ਬਚਾ ਕਰੀਏ। ਦੂਸਰੀ ਗੱਲ, ਨਾਈਟ੍ਰੋਜਨ ਖਾਦ ਝੋਨੇ ਬਾਸਮਤੀ 'ਚ ਬਹੁਤ ਮਹੱਤਵਪੂਰਨ ਹੈ ਜੀ, ਕਿਉਂਕਿ ਇਹਦੀ ਇੱਕ ਤਾਂ ਲੋੜ ਤੋਂ ਵੱਧ ਵਰਤੋਂ ਕਈ ਵਾਰੀ ਕਿਸਾਨ ਵੀਰ ਕਰ ਲੈਂਦੇ ਨੇ, ਪਰ ਉਹਦੇ ਨਾਲ ਕੀ ਹੁੰਦਾ ਕਿ ਬੂਟਾ ਜਿਹੜਾ ਉਹ ਕੱਚਾ ਹੋ ਜਾਂਦਾ, ਬੂਟੇ 'ਚ ਪਾਣੀ ਦੀ ਔਰ ਖੰਡ ਦੀ ਮਾਤਰਾ ਵੱਧ ਜਾਂਦੀ ਹੈ, ਜਿਹਦੇ ਕਰਕੇ ਬਿਮਾਰੀ ਕੀੜਿਆਂ ਦਾ ਹਮਲਾ ਬਹੁਤ ਜ਼ਿਆਦਾ ਹੋ ਜਾਂਦਾ। ਤਾਂ ਉਹਦੇ ਨਾਲ ਝਾੜ ਦੇ ਵਿੱਚ ਓਨਾ ਵਾਧਾ ਨਹੀਂ ਹੁੰਦਾ ਜਿੰਨਾ ਬਿਮਾਰੀ ਕੀੜੇ ਨੂੰ ਕੰਟਰੋਲ ਕਰਨ 'ਤੇ ਸਾਡਾ ਖਰਚਾ ਹੋ ਜਾਂਦਾ ਹੈ ਜਾਂ ਉਹ ਨੁਕਸਾਨ ਕਰ ਦਿੰਦੇ ਨੇ। ਤਾਂ ਇਹ ਜਿੰਨੀਆਂ ਸਿਫਾਰਿਸ਼ ਕੀਤੀਆਂ ਖਾਦਾਂ ਉਨੀਆਂ ਹੀ ਵਰਤਣ। ਸਭ ਤੋਂ ਵਧੀਆ ਇਹ ਹੈ ਵੀ ਹੁਣ ਜਦੋਂ ਖੇਤ ਵਿਹਲਾ ਹੋਊਗਾ ਤਾਂ ਸਾਡੇ ਤੋਂ ਮਿੱਟੀ ਪਰਖ ਕਰਵਾ ਲੈਣ ਕਿਸਾਨ ਵੀਰ, ਉਹਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਉਹਨਾਂ ਦੀ ਮਿੱਟੀ ਦੇ ਵਿੱਚ ਕਿੰਨੇ ਤੱਤ ਹੈਗੇ ਆ ਅਤੇ ਕਿੰਨੇ ਹੋਰ ਪਾਉਣੇ ਆ ਉਹਨਾਂ ਨੇ। ਅਤੇ ਇਸ ਤੋਂ ਇਲਾਵਾ ਜਿਹੜੀ ਹੈ ਆਪਾਂ ਜਿਹੜੇ ਕੀੜੇ ਮਕੌੜਿਆਂ ਦੀ ਸਮੱਸਿਆ, ਜਿਵੇਂ ਟਿੱਡਿਆਂ ਦੀ ਸਮੱਸਿਆ, ਤਾਂ ਟਿੱਡੇ ਸਾਨੂੰ ਪਤਾ ਵੀ ਮੁੱਢ ਦੇ ਵਿੱਚ ਥੱਲੇ ਬੈਠੇ ਹੁੰਦੇ ਆ, ਉੱਥੋਂ ਰਸ ਚੂਸਦੇ ਆ ਉਹਦਾ, ਔਰ ਉਹਦਾ ਕਿਸਾਨ ਵੀਰਾਂ ਨੂੰ ਪਤਾ ਉਦੋਂ ਲੱਗਦਾ ਜਦੋਂ ਬੂਟਾ ਸੁੱਕ ਜਾਂਦਾ। ਤਾਂ ਹੁਣ ਇੱਕ ਹੋਰ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ ਜਿਹਨੂੰ ਝੋਨੇ ਦੇ ਮਧਰੇ ਬੂਟਿਆਂ ਦਾ ਰੋਗ ਅਸੀਂ ਕਹਿੰਦੇ ਹਾਂ, ਜਿਹੜਾ ਕਿ ਇੱਕ ਵਿਸ਼ਾਣੂ ਰੋਗ ਹੈ। ਪਿਛਲੇ ਸਾਲ ਸਾਡੇ ਕਾਫੀ ਸਮੱਸਿਆ ਆਈ ਸੀ। ਤਾਂ ਗੁਰਤੇਜ ਜੀ, ਉਹ ਰੋਗ ਨੂੰ ਵੀ ਚਿੱਟੀ ਪਿੱਠ ਵਾਲਾ ਟਿੱਡਾ ਹੀ ਫੈਲਾਉਂਦਾ, ਜਿਹਨੂੰ ਚਿੱਟਾ ਤੇਲਾ ਕਿਸਾਨ ਵੀਰ ਕਹਿ ਦਿੰਦੇ ਨੇ। ਤਾਂ ਇਸ ਕਰਕੇ ਹੁਣ ਇਹ ਕੀੜੇ ਦੀ ਨਿਗਰਾਨੀ ਬਹੁਤ ਜ਼ਰੂਰੀ ਹੈ ਕਿਸਾਨ ਵੀਰਾਂ ਵਾਸਤੇ। ਤਾਂ ਉਹਦਾ ਜਿਹੜਾ ਇੱਕ ਤਰੀਕਾ ਤਾਂ ਇਹ ਹੈ ਕਿ ਕਿਸਾਨ ਵੀਰ ਸਮੇਂ-ਸਮੇਂ 'ਤੇ ਆਪਣੇ ਖੇਤ 'ਚ ਜਾਣ, ਉੱਥੇ 4-5 ਥਾਂ ਤੋਂ, ਖਾਸ ਤੌਰ 'ਤੇ ਜਿੱਥੇ ਛਾਂ ਪੈਂਦੀ ਹੈ ਜਾਂ ਜਿੱਥੇ ਪਾਣੀ ਵੱਧ ਖੜਦਾ ਹੈ, ਉੱਥੇ ਜਾ ਕੇ ਬੂਝੇ ਨੂੰ ਥੱਲੇ ਝੁਕਾ ਕੇ ਉਹਦੇ ਮੁੱਢ ਨੂੰ ਝਾੜਨ। ਅਤੇ ਜੇ ਉਹਦੇ ਵਿੱਚ ਟਿੱਡਾ ਜਾਂ ਤੇਲਾ ਹੋਇਆ, ਉਹ ਛਾਲ ਮਾਰ ਕੇ ਬਾਹਰ ਆ ਜਾਣਗੇ, ਤਾਂ ਉਹ ਕਿਸਾਨ ਵੀਰਾਂ ਨੂੰ ਪਤਾ ਲੱਗ ਜੂਗਾ ਵੀ ਸਾਡੇ ਤੇਲੇ ਦੀ ਸਮੱਸਿਆ ਆ ਗਈ ਹੈ। ਅਤੇ ਜੇ ਥੋੜ੍ਹਾ ਹੋਰ ਸੌਖਾ ਕੰਮ ਕਰਨਾ ਤਾਂ ਕਿਸਾਨ ਵੀਰ ਆਪਣੀ ਪਨੀਰੀ ਦੇ ਕੋਲ ਅਤੇ ਜਾਂ ਆਪਣੇ ਖੇਤ ਦੇ ਕੋਲ ਇੱਕ ਬੱਲਬ ਲਗਾ ਦੇਣ, ਬਿਜਲੀ ਦਾ ਬੱਲਬ ਲਗਾ ਦੇਣ, ਅਤੇ ਸ਼ਾਮ ਨੂੰ ਉਹ ਬੱਲਬ ਜਗਾ ਦੇਣਾ ਆਪਾਂ। ਤਾਂ ਜੇ ਤੁਹਾਡੇ ਖੇਤ ਦੇ ਵਿੱਚ ਤੇਲਾ ਹੋਇਆ ਜਾਂ ਆਲੇ ਦੁਆਲੇ ਕਿਸੇ ਦੇ ਖੇਤ 'ਚ ਹੋਇਆ ਤਾਂ ਉਹ ਬੱਲਬ 'ਤੇ ਜ਼ਰੂਰ ਆਊਗਾ, ਅਤੇ ਤੁਹਾਨੂੰ ਉੱਥੇ ਬਿਨਾਂ ਕੁਛ ਕੀਤੇ ਪਤਾ ਲੱਗ ਜਾਣਾ ਵੀ ਸਾਡੇ ਤੇਲੇ ਦਾ ਹਮਲਾ ਜਿਹੜਾ ਹੋਣ ਵਾਲਾ ਜਾਂ ਹੋ ਗਿਆ, ਅਤੇ ਤੁਸੀਂ ਉਹਦੇ ਖਿਲਾਫ ਹੈ ਜਿਹੜੇ ਸਮੇਂ ਸਿਰ ਉਪਰਾਲੇ ਆ ਜਿਹੜੇ ਆਪਾਂ ਕਰ ਸਕਾਂਗੇ। ਔਰ ਇਹਦੇ ਇਲਾਵਾ ਜੇ ਕੋਈ ਵੀ ਸਮੱਸਿਆ ਕਿਸਾਨ ਵੀਰਾਂ ਨੂੰ ਆਉਂਦੀ ਹੈ ਤਾਂ ਪੁਰਜ਼ੋਰ ਬੇਨਤੀ ਹੈ ਕਿ ਅਸੀਂ ਤੁਹਾਡੀ ਸੇਵਾ ਵਾਸਤੇ ਬੈਠੇ ਹਾਂ, ਸਾਨੂੰ ਸੇਵਾ ਦਾ ਮੌਕਾ ਦਿਓ, ਸਾਡੇ ਨਾਲ ਸੰਪਰਕ ਸਾਧੋ,
ਕਿਰਪਾ ਕਰਕੇ ਆਪਾਂ ਗੈਰ ਸਿਫਾਰਸ਼ੀ ਦਵਾਈਆਂ ਜਾਂ ਬਿਨਾਂ ਕਿਸੇ ਦੀ ਸਲਾਹ ਦੇ, ਬਿਨਾਂ ਕਿਸੇ ਮਾਹਰ ਦੀ ਸਲਾਹ ਦੇ ਆਪਾਂ ਜ਼ਹਿਰਾਂ ਜਿਹੜੀਆਂ ਉਹ ਨਾ ਵਰਤੀਏ। ਉਹਦੇ ਨਾਲ ਜਿੱਥੇ ਸਾਡਾ ਖਰਚਾ ਹੁੰਦਾ ਉੱਥੇ ਸਾਡੇ ਵਾਤਾਵਰਨ ਦੇ ਵਿੱਚ ਵੀ ਇੰਨਾ ਜਿਹੜਾ ਹੈ ਰਸਾਇਣਾਂ ਦਾ ਜਿਹੜਾ ਹੈ ਮਾੜਾ ਪ੍ਰਭਾਵ ਪੈਂਦਾ। ਤਾਂ ਇਸ ਕਰਕੇ ਸਾਡੇ ਨਾਲ ਜ਼ਰੂਰ ਸੰਪਰਕ ਸਾਧੋ, ਖੇਤੀਬਾੜੀ ਮਹਿਕਮੇ ਨਾਲ ਸੰਪਰਕ ਸਾਧੋ, ਔਰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਸਾਡੀ ਸਲਾਹ ਦੇ ਨਾਲ ਹੀ ਇਹ ਜਿਹੜਾ ਤੁਸੀਂ ਕੰਮ ਕਰੋ। ਸੋ ਇਹ ਸੀ ਖੇਤੀ ਮਾਹਰ ਸਰਦਾਰ ਹਰਦੀਪ ਸਿੰਘ ਸਵੀਖੀ, ਜਿਨ੍ਹਾਂ ਨੇ ਸਾਨੂੰ ਪਨੀਰੀ ਬੀਜਣ ਤੋਂ ਲੈ ਕੇ ਸਮੁੱਚੀ ਜਿਹੜੀ ਪ੍ਰਕਿਰਿਆ ਹੈ, ਚਾਹੇ ਪਨੀਰੀ ਬੀਜਣ ਦਾ ਢੰਗ ਤਰੀਕਾ ਹੈ, ਚਾਹੇ ਗਰੋਸ ਦਾ ਹੈ, ਜਾਂ ਫਿਰ ਝੋਨਾ ਬੀਜਣ ਦੀ ਗੱਲ ਹੈ, ਜਾਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਨੇ, ਤੋਂ ਬਹੁਤ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕਰੀ ਹੈ। ਡਾਕਟਰ ਸਾਹਿਬ, ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ ਹੈ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਕਿਸਾਨ ਵੀਰੋ, ਤੋਂ ਅੱਗੇ ਹੋਰ ਵੀ ਤੁਹਾਨੂੰ ਇਸ ਤਰ੍ਹਾਂ ਦੇ ਐਕਸਪਰਟ ਨੇ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਵਾਉਂਦੇ ਰਵਾਂਗੇ, ਤਾਂ ਕਿ ਸਾਡੇ ਕਿਸਾਨ ਵੀਰ ਨੇ ਜਿਹੜੇ ਇਸ ਤੋਂ ਬੈਨੀਫਿਟ ਹੈ ਜਿਹੜਾ ਪ੍ਰਾਪਤ ਕਰਨ। ਤੇ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਮੈਨੂੰ ਗੁਰਤੇਜ ਥੂਈ ਨੂੰ ਦਿਓ ਇਜਾਜ਼ਤ। ਧੰਨਵਾਦ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी देख रहे हो D5 चैनल पंजाबी, जिहड़ा लॉन्च हो चुका है हुण कैनेडा विच।